अस्सलाम वालेकुम जी, आप देख रहे हैं मुजरिम कौन और मैं शुएब अल्ताफ़ हूँ। नाज़रीन इकराम, फैसलाबाद में थाना मदीना टाउन की हदूद में 2 साल कबल डकैती मुज़ाहमत पर एक कत्ल होता है और 2 साल के बाद पुलिस एहलकार मुल्ज़िमान को आइडेंटिफाई करके गिरफ्तार कर लेते हैं। कत्ल होने वाला कौन था, किस बात पे कत्ल हुआ और पुलिस ने कैसे मुल्ज़िमान को गिरफ्तार किया, ये दिखाएंगे हम आपको आज के मुजरिम कौन। नाज़रीन, बात हो रही है 2 साल कबल थाना मदीना टाउन की हदूद में होने वाले एक ब्लाइंड मर्डर की और टीम मुजरिम कौन इस वक्त मौजूद है मुतासरा फैमिली के साथ। हमारे साथ मुद्दई मुकदमा और मकतूल के बेटे अली बाजवा मौजूद हैं। उनसे तफसीलात जानते हैं कि आखिर ये कत्ल कैसे, कब और किस तरीके से हुआ और फिर 2 साल बाद ऐसा क्या हुआ कि मुल्ज़िमान जो हैं वो पुलिस की हिरासत में आ गए और 2 साल का अरसा फैमिली ने, घर वालों ने किस कर्ब में गुजारा, क्या उम्मीद बाकी थी या टूट चुकी थी। अस्सलाम वालेकुम अली, बहुत शुक्रिया आपके वक्त का। अच्छा अली बताइएगा, ये क्या हुआ था, कब हुआ ये और कहाँ से आ रहे थे, कहाँ जा रहे थे जब ये वाक़या पेश आया? मैं और मेरे वालिद साहब जनाजा पढ़ने जा रहे थे। जनाजा पढ़ के वापस आ रहे थे तो उन्होंने डकैतों ने रोका हमें, तो पैसे वगैरह मांगे, हमने दे दिया सारा कुछ। वालिद साहब ने दे दी, मैंने भी दे दिया। तो फिर वालिद साहब ने कहा कि पैसे आप लोगों ने ले लिए तो हमें जाने दो। उन्होंने पैसे वगैरह ले के सारा कुछ करके पैसे मैंने भी दे दिए, वालिद साहब ने दे दी। फिर उन्होंने फायर कर दिया, वालिद साहब के पेट में लगा, मौके पे डेथ हो गई। ये घबराहट थी उनको डाकुओं को कि ये जिसको हम पंजाबी में कहते हैं ये साढ़े हत्थी पै जाएंगे, सानू फड़ लेंगे, घबराहट में किया या एक वो हम उसे पंजाबी में कहते हैं कि टू टरनैली? हाँ जी, ਅਸੀਂ ਆ ਰਹੇ ਸੀ ਵਾਪਸ ਤੇ ਉਹ ਉਹਨਾਂ ਨੇ ਜਨਾਜ਼ਾ ਪੜ੍ਹ ਕੇ ਵਾਲਾ ਸਾਹਿਬ ਤੇ ਮੈਂ ਤੇ ਵਾਲਾ ਸਾਹਿਬ ਨੇ ਕਿਹਾ ਕਿ ਚਲੋ ਤੁਸੀਂ ਪੈਸੇ ਪੂਸੇ ਲੈ ਲਏ ਤੇ ਚਾਬੀ ਤੇ ਦੇ ਦਿਓ। ਚਾਬੀ ਕੱਢਣ ਦੇ ਝੂਠ ਚੱਲਦੀ, ਚਾਬੀ ਕੱਢਦੇ ਉਹਨਾਂ ਨੂੰ ਚਾਬੀ ਨਹੀਂ ਦਿੱਤੀ। ਉਹਨਾਂ ਨੇ ਫਿਰ ਫਾਇਰ ਮਾਰ ਦਿੱਤਾ, ਵਾਲਾ ਸਾਹਿਬ ਦੇ ਪੇਟ 'ਚ ਲੱਗਾ ਵਾ ਤੇ ਮੌਕੇ ਤੇ ਡੈਥ ਹੋ ਗਈ ਆ। ਮੈਂ ਇਹ ਟਾਈਮ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਇੱਕ ਪਾਸੇ ਖੌਫ ਹੁੰਦਾ ਹੈ, ਹਾਂਜੀ ਇੱਕ ਪ੍ਰੈਸ਼ਰ ਹੁੰਦਾ ਹੈ, ਉਹ ਜਿਹਨੂੰ ਅਸੀਂ ਪੰਜਾਬੀ 'ਚ ਕਾਲੇ ਮੂੰਹ ਵਾਲੀ ਕਹਿੰਦੇ ਆ ਕਿ ਪਿਸਤੌਲ ਦਾ, ਵੈਪਨ ਦਾ ਇੱਕ ਖੌਫ ਹੁੰਦਾ ਹੈ। ਇੱਕ ਹੁੰਦਾ ਹੈ ਕਿ ਸਾਡੇ ਮਾਪਿਓ ਜਿਨ੍ਹਾਂ ਤੋਂ ਸਾਡੀ ਜਾਨ ਵੀ ਕੁਰਬਾਨ ਹੁੰਦੀ, ਬੰਦਾ ਮਤਲਬ ਉਹਨਾਂ ਦੀਆਂ ਉਂਗਲਾਂ ਫੜ ਕੇ ਉਹਨਾਂ ਦੀਆਂ ਗੋਦੀਆਂ 'ਚ ਖੇਲ ਕੇ ਬੰਦਾ ਜਵਾਨ ਹੋ ਜਾਂਦਾ, ਤੇ ਉਹ ਜਦੋਂ ਖੂਨ 'ਚ ਲੱਤ-ਪੱਤ ਉਹ ਦੌਰ ਭੌਰਾ ਨਹੀਂ ਹੋ ਜਾਂਦਾ ਬੰਦਾ ਕਿ ਯਾਰ ਸਮਝ ਨਹੀਂ ਆ ਰਹੀ ਕਿ ਹੁਣ ਮੈਂ ਕਿਸੇ ਨੂੰ ਬੁਲਾਵਾਂ, ਕਿਸੇ ਨੂੰ ਕਾਲ ਕਰਾਂ। ਉਹ ਕਿਸ ਤਰ੍ਹਾਂ ਦਾ, ਉਹ ਕੀ ਟਾਈਮ ਸੀ ਉਹ? ਬਹੁਤ ਮੁਸ਼ਕਲ ਟਾਈਮ ਸੀ ਇਹ। ਪਿੱਛੋਂ ਨਾ ਹਮਸਾਏ ਸੀਗੇ ਤੇ ਉਹ ਜਨਾਜ਼ਾ ਪੜ੍ਹ ਕੇ ਆ ਰਹੇ ਸੀ, ਉਹਨਾਂ ਨੇ ਦੇਖ ਲਿਆ, ਫਿਰ ਉਹਨਾਂ ਨੇ ਨਾਲ ਚੁੱਕਿਆ ਵਗੈਰਾ ਤੇ 11 ਵਜੇ ਨੂੰ ਫੋਨ ਕੀਤਾ। ਫਿਰ ਅਸੀਂ ਹਸਪੀਟਲ ਲੈ ਕੇ ਆਏ। ਮੈਂ ਵੀ ਉਸੇ ਟਾਈਮ 11 ਵਜੇ 'ਚ ਬਹਿ ਕੇ ਨਿਕਲ ਆਇਆ ਤੇ ਬਾਕੀ ਹਸਪੀਟਲ ਗਏ ਤਾਂ ਡੈਥ ਹੋ ਗਈ ਸੀ। ਡਾਕਟਰ ਨੇ ਕਿਹਾ ਨਹੀਂ, ਐਕਸਪਾਇਰ ਹੋ ਗਏ ਨੇ। ਫਿਰ ਪੁਲਿਸ ਨੂੰ ਇਤਲਾਹ ਕਿੱਦਾਂ ਦਿੱਤੀ? ਬਜ਼ਰੀਆ 15 ਇਤਲਾਹ ਦਿੱਤੀ ਜਾਂ ਫਿਰ ਦਰਖਾਸਤ ਲੈ ਕੇ ਥਾਣੇ ਗਏ? ਨਹੀਂ 15 ਤੇ ਕਾਲ ਕਰਤੀ ਸੀਗੀ। 15 ਤੇ ਜਦੋਂ ਤੱਕ ਪੁਲਿਸ ਪਹੁੰਚੀ ਹੋਏਗੀ ਉਦੋਂ ਤੱਕ ਤੇ ਮਤਲਬ ਵਾਲਾ ਸਾਹਿਬ ਨੂੰ ਲੈ ਕੇ ਸ਼ਿਫਟ ਕਰਤਾ ਹੈਗਾ। ਫਿਰ ਕਿਸ ਤਰ੍ਹਾਂ ਉਹਨਾਂ ਨਾਲ ਰਾਬਤਾ ਆ? ਉਹਨਾਂ ਨੂੰ ਮੌਕੇ ਦੇ ਉੱਤੇ ਤੁਸੀਂ ਨਾਲ ਫਿਰ ਦੁਬਾਰਾ ਵਾਪਸ ਗਏ ਜਾਂ ਫਿਰ ਥਾਣੇ ਜਾ ਕੇ ਉਹਨਾਂ ਨੂੰ ਸਾਰੀ ਤਫਸੀਲ ਦੱਸੀ, ਉਹ ਕਿੱਦਾਂ ਹੋਇਆ? ਨਹੀਂ ਜੀ, ਉਹ ਫਿਰ ਮੈਂ ਮੌਕੇ ਤੇ ਹਸਪੀਟਲ ਆ ਗਏ ਸੀਗੇ। ਹਸਪੀਟਲ ਫਿਰ ਪੁਲਿਸ ਵਾਲੇ ਆਏ ਸੀ, 15 ਦੀ ਕਾਲ ਹੋ ਗਈ ਸੀਗੀ ਉੱਧਰੋਂ। ਫਿਰ ਪੁਲਿਸ ਵਾਲੇ ਆਏ ਸੀਗੇ, ਉਹਨਾਂ ਨੇ ਮੌਕੇ 'ਤੇ ਆ ਕੇ ਉੱਥੇ ਦੇਖਿਆ ਸੀਗਾ, ਡੈਥ ਹੋ ਗਈ, ਪੋਸਟਮਾਰਟਮ ਵਗੈਰਾ ਹੋਇਆ ਸੀਗਾ। ਅੱਛਾ, ਇਹ ਸ਼ਕਲਾਂ ਛਬੀਆਂ ਯਾਦ ਰਹਿ ਜਾਂਦੀਆਂ ਨੇ ਇਹਨਾਂ ਦੀਆਂ, ਡਾਕੂਆਂ ਦੀਆਂ, ਕਿਉਂਕਿ ਉਹ ਇੱਕ ਟਾਈਮ ਇਸ ਤਰ੍ਹਾਂ ਦਾ ਹੁੰਦਾ, ਪ੍ਰੈਸ਼ਰ ਹੁੰਦਾ ਹੈ ਔਰ ਫਿਰ ਓਬਵੀਅਸਲੀ ਰਾਤ ਦਾ ਟਾਈਮ ਹੋਏਗਾ। ਕਿੰਨਾ ਕੁ ਯਾਦ ਰਹਿ ਜਾਂਦਾ ਬੰਦੇ ਨੂੰ ਕਿ ਯਾਰ ਇਹਨਾਂ ਦੇ ਜਿਸਮ ਜੁੱਸੇ ਇਦਾਂ ਦੇ ਸੀ, ਮੂੰਹ ਇਦਾਂ ਦਾ ਸੀ, ਲਵੇਟਿਆ ਸੀ, ਮਾਸਕ ਤੋਂ ਬਗੈਰ ਅਗਰ ਮੈਂ ਦੇਖਾਂ ਤਾਂ ਇਦਾਂ ਦਾ ਹੋਏਗਾ, ਮਾਸਕ ਨਾਲ ਦੇਖਾਂ ਤਾਂ ਇਦਾਂ ਦਾ ਹੋਏਗਾ। ਉਹ ਕੀ ਯਾਦ ਰਹਿ ਜਾਂਦਾ? ਕੱਦ ਬੁੱਤ, ਹਾਈਟ, ਆਵਾਜ਼ ਯਾਦ ਰਹਿ ਜਾਂਦੀ ਹੈ ਜ਼ਿਆਦਾ, ਜਾਂ ਕੀ ਹੁੰਦਾ ਹੈ ਸਿਸਟਮ ਬੰਦੇ ਨੂੰ ਜਿਹੜਾ ਯਾਦ ਰਹਿ ਜਾਂਦਾ? ਨਹੀਂ, ਕੱਦ ਬੁੱਤ ਤੋਂ ਮੈਂ ਅੰਦਾਜ਼ਾ ਲਗਾਇਆ ਸੀਗਾ, ਚਿਹਰਾ ਵੀ ਥੋੜ੍ਹਾ ਜਿਹਾ ਨਜ਼ਰ ਆ ਗਿਆ ਸੀਗਾ। ਫਿਰ ਉਸ ਟਾਈਮ ਨਹੀਂ ਬੰਦੇ ਨੂੰ ਕੁਝ ਸਮਝ ਲੱਗਦੀ, ਜਦੋਂ ਅਚਾਨਕ ਬੰਦੇ ਨਾਲ ਇਦਾਂ ਹੋ ਜਾਂਦਾ ਵਾ। ਇਹ ਕਿ ਜਦੋਂ ਵਾਰਦਾਤ ਹੋ ਰਹੀ ਸੀ ਮੈਂ ਲਾਗੇ ਹੀ ਖੜਾ ਸੀਗਾ ਤੇ ਉਦੋਂ ਚਿਹਰੇ ਯਾਦ ਸੀਗੇ ਦੋਵਾਂ ਦਾ। ਇੱਕ ਮੋਟਰਸਾਈਕਲ 'ਤੇ ਬੈਠਾ ਸੀ, ਉਹ ਉਹਨਾਂ ਦੇ ਵਾਲ ਵੱਡੇ ਸੀ ਤੇ ਐ ਸਾਈਡ ਤੋਂ ਵਾਲ ਬੰਦਾ ਸੀਗਾ, ਉਹ ਯਾਦ ਸੀ ਸਿਰਫ ਮੈਨੂੰ। ਤੇ ਦੋਨਾਂ ਕੋਲ ਵੈਪਨ ਸੀ ਜਾਂ ਇੱਕ ਕੋਲ? ਦੋਨਾਂ ਕੋਲ ਵੈਪਨ ਸੀਗੇ। ਉਹ ਫਾਇਰ ਹੋ ਗਿਆ, ਫਿਰ ਹਬੜ ਤਬੜ ਮੱਚ ਜਾਏਗੀ। ਵਾਲਦ ਸਾਹਿਬ ਜ਼ਾਹਿਰ ਹੈ ਦੁਨੀਆ ਤੋਂ ਤਸ਼ਰੀਫ ਲੈ ਗਏ, ਫੌਤ ਹੋ ਗਏ। ਕੁਛ ਅਰਸਾ, ਕੁਛ ਟਾਈਮ ਤੇ ਫਿਰ ਉਹ ਬੰਦਾ ਉਸ ਤਕਲੀਫ 'ਚੋਂ, ਉਸ ਦੁੱਖ 'ਚੋਂ ਨਹੀਂ ਨਿਕਲਦਾ ਨਾ। ਯਾਦ ਹੀ ਨਹੀਂ ਹੁੰਦਾ ਕਿ ਮਤਲਬ ਅਸੀਂ ਪਿੱਛੇ ਜਾਣਾ ਹੈ, ਪੁਲਿਸ ਵਾਲਿਆਂ ਨੂੰ ਕਹਿਣਾ ਹੈ ਇਹ ਉਹ। ਜਦੋਂ ਜਿਹਨੂੰ ਅਸੀਂ ਕਹਿੰਦੇ ਕਿ ਫੂੜੀ ਤੋਂ 6 7 8 ਦਿਨ ਤੋਂ ਬਾਅਦ ਬੰਦੇ ਨੂੰ ਕਹਿੰਦਾ ਕਿ ਮੈਂ ਹੁਣ ਇਨਸਾਫ ਵਾਸਤੇ ਟੁਰਾਂ। ਪੁਲਿਸ ਨੇ ਕੀ ਕੀਤਾ? ਸਾਡੇ ਬਹੁਤ ਸਾਰੇ ਲੋਕ ਗਿਲੇ ਸ਼ਿਕਵੇ ਕਰਦੇ ਨੇ ਕਿ ਜੀ ਲਾਰੇ ਲਾਉਂਦੀ ਹੈ ਪੁਲਿਸ, ਚੱਕਰ ਲਵਾਉਂਦੀ ਹੈ, ਜਾਂਦੇ ਆ, ਬੈਠਦੇ ਆ। 2 ਸਾਲ ਦਾ ਅਰਸਾ ਗੁਜ਼ਰਿਆ। ਇਹ 2 ਸਾਲ 'ਚ ਇੱਕ ਵਾਲਦ ਦੀ ਜੁਦਾਈ ਦੀ ਤਕਲੀਫ ਹੁੰਦੀ ਹੈ, ਓਬਵੀਅਸਲੀ ਹੈ।
ਇੱਕ ਤਕਲੀਫ ਵਸੂਲੇ ਇਨਸਾਫ ਦੀ ਹੁੰਦੀ, ਉਹ ਕਿੰਨੀ ਕੁ ਬਰਦਾਸ਼ਤ ਕੀਤੀ? ਬਹੁਤ ਬਰਦਾਸ਼ਤ ਕੀਤੀ ਜੀ। ਜਿੱਥੇ ਜਦੋਂ ਜਾਈਦਾ ਸੀ ਥਾਣੇ ਇਦਾਂ ਕਰ ਲੈਂਦੇ ਆ ਬਹਿ ਜਾਓ ਚੱਲ ਜੰਨੇ ਆ। ਜਾਈਦਾ ਅਸੀਂ ਸਾਲ ਪੂਰਾ ਪਿੱਛੇ ਗਿਆ ਵਾਂ। ਜਦੋਂ ਕਿਸੇ ਨੇ ਕਾਲ ਕੀਤੀ CPO ਸਾਹਿਬ ਨੇ, ਜਿਹਨੇ ਵੀ ਕਾਲ ਕੀਤੀ ਆ, SHO ਨੇ, ਤੇ ਗਏ ਆ ਜਿੱਥੇ ਬੁਲਾਇਆ ਵਾ। ਸਬਰ ਕਰਕੇ ਬੈਠੇ ਸੀਗੇ। ਅੱਲਾ ਦਾ ਸ਼ੁਕਰ ਆ, ਅੱਲਾ ਨੇ ਸਿਹਰਾ ਦੇਤਾ, ਲੱਭ ਗਿਆ ਵਾ। ਅੱਛਾ, ਇਹ 1 ਸਾਲ ਤੱਕ ਤੁਸੀਂ ਲਗਾਤਾਰ ਗਏ, ਹੁਣ ਤਕਰੀਬਨ 1 ਸਾਲ ਹੋਰ, ਮਤਲਬ 23 ਦੇ ਵਿੱਚ ਇਹ ਵਾਕਿਆ ਹੋਇਆ। ਸਾਲ ਕੁ ਤੋਂ ਫਿਰ ਬੰਦਾ ਕਹਿੰਦਾ ਕਿ ਨਾ ਉਮੀਦੀ ਹੋ ਜਾਂਦੀ ਹੈ, ਥੋੜੀ ਮਾਯੂਸੀ ਹੋ ਜਾਂਦੀ ਹੈ ਕਿ ਯਾਰ ਇਹਦਾ ਕੁਝ ਨਹੀਂ ਬਣਨਾ। ਇਹ ਸੂਰਤ ਹਾਲ ਹੋਈ ਪਈ? ਨਹੀਂ, ਅੱਲਾ ਤੇ ਅਸੀਂ ਯਕੀਨ ਰੱਖਿਆ ਸੀ, ਜੇ ਅੱਲਾ ਕਰਮ ਕਰੂਗਾ, ਅੱਲਾ ਤੇ ਯਕੀਨ ਰੱਖੋ, ਸਾਰਾ ਕੁਝ ਹੋ ਜਾਂਦਾ ਵਾ। ਜਦੋਂ ਇਹ ਫੜ ਲਿਆ, ਪੁਲਿਸ ਨੇ ਤੁਹਾਨੂੰ ਖੁਦ ਕੰਟੈਕਟ ਕੀਤਾ ਕਿ ਜੀ ਤੁਹਾਡੇ ਮੁਲਜ਼ਮ ਅਸੀਂ ਫੜ ਲਿਆ? ਹਾਂਜੀ, ਮਦੀਨਾ ਤੋਂ ਕਾਲ ਆਈ ਸੀ, ਕਹਿੰਦੇ ਤੁਹਾਡਾ ਮੁਜਰਮ ਫੜਿਆ ਗਿਆ ਜੀ। ਫਿਰ ਤੁਸੀਂ ਉਹਦੀ ਸ਼ਨਾਖਤ ਪਰੇਡ ਵਾਸਤੇ ਗਏ? ਹਾਂਜੀ, ਸ਼ਨਾਖਤ ਪਰੇਡ ਕੀਤੀ। ਪਛਾਣਿਆ ਗਿਆ ਈਜ਼ੀਲੀ? ਹਾਂਜੀ, ਈਜ਼ੀਲੀ ਪਛਾਣਿਆ ਗਿਆ। ਉਸ ਤੋਂ ਬਾਅਦ ਦਾ ਮਰਹਲਾ ਹੁੰਦਾ ਸਭ ਤੋਂ ਮੁਸ਼ਕਿਲ ਜਿਹੜਾ ਮਰਹਲਾ, ਜਿਹਦੇ 'ਚ ਅਸੀਂ ਸਾਦਾ ਲਫ਼ਜ਼ਾਂ 'ਚ ਕਹਿੰਦੇ ਕਿ ਪੁਲਿਸ ਦੀ ਜਾਨ ਨਿਕਲ ਜਾਂਦੀ, ਰਿਕਵਰੀ ਦਾ। ਨੁਕਸਾਨ ਜਿਹੜਾ ਹੋਇਆ ਸੀ, ਇੱਕ ਤਾਂ ਉਹ ਨੁਕਸਾਨ ਹੈ ਜਿਹਦੀ ਕਦੀ ਤਲਾਫੀ ਨਹੀਂ ਹੋ ਸਕਦੀ। ਵਾਲਿਦ ਸਾਹਿਬ ਚਲੇ ਗਿਆ ਦੁਨੀਆ ਤੋਂ। ਜਿਹੜਾ ਮਾਲੀ ਨੁਕਸਾਨ ਸੀ, ਉਹ ਕਿਸ ਹੱਦ ਤੱਕ ਜਿਹੜਾ ਵਾ ਉਹ ਤਸੱਲੀ ਦੇ ਰਹੀ ਹੈ ਪੁਲਿਸ ਕਿ ਜੀ ਹੋ ਗਿਆ, ਹੋ ਰਿਹਾ ਜਾਂ ਹੋ ਜਾਏਗਾ? ਤੁਸੀਂ ਸੈਟੀਸਫਾਈ ਹੋ ਕਿ ਸਾਡਾ ਤੁਹਾਡੇ ਨਾਲ ਜਿਹੜਾ ਉਹ ਇਨਸਾਫ ਪੂਰਾ ਹੋਏਗਾ? ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ, ਪੁਲਿਸ ਵਾਲਿਆਂ ਨੂੰ ਕਹਿ ਰਹੇ ਹਾਂ ਕਿ ਸਾਡੇ ਨਾਲ ਪੂਰਾ ਤਾਮਨ ਕੀਤਾ ਜਾਵੇ ਤੇ ਸਾਡੇ ਨਾਲ ਜਿਹੜਾ ਵੀ ਗੱਲ ਆ ਸਾਡੀ ਕਲੀਅਰ ਕੀਤੀ ਜਾਵੇ। ਤੇ ਬਲਕਿ ਗੱਲ ਢਿੱਡ ਦੀ ਕਰਦੇ ਵੀ ਨਹੀਂ ਹੁੰਦੇ ਪੁਲਿਸ ਵਾਲੇ ਕੋ, ਹੋ ਸਕਦਾ ਉਹਨਾਂ ਦੀਆਂ ਕੋਈ ਮਹਿਕਮਾ ਨਾਲ ਮਜਬੂਰੀਆਂ ਹੋਣ, ਲੇਕਿਨ ਉਮੀਦ ਲੱਗ ਗਈ ਹੈ ਕੋਈ। ਸੁਫਿਆਨ ਭੁੱਟਰ ਸਾਹਿਬ ਦਾ ਬਹੁਤ ਸ਼ੁਕਰੀਆ, ਜਿਨ੍ਹਾਂ ਨੇ ਬੰਦੇ ਫੜੇ, ਸਾਰਾ ਕੁਝ ਤੋਂ ਕੀਤਾ ਉਹਨਾਂ ਨੇ ਬੰਦੇ ਫੜੇ। ਉਹਨਾਂ ਨੇ ਮਦੀਨਾ ਟੋਨਾ ਨਾਲ ਕੀਤੀ ਕਾਲ, ਫਿਰ ਮਦੀਨਾ ਟੋਨਾ ਸਾਡੀ। ਇਹ ਸੁਫਿਆਨ ਸਾਹਿਬ ਦੀ ਮਿਹਰਬਾਨੀ ਹੈ ਜਿਹੜਾ ਉਹਨਾਂ ਨੇ ਕਾਲ ਕਰਕੇ ਸਾਨੂੰ ਉਹਨਾਂ ਨੇ ਬੰਦੇ ਫੜੇ, ਉਹਨਾਂ ਨੇ ਬਕਾਇਦਾ ਸਾਰਾ ਕੁਝ ਕੀਤਾ ਗਿਆ। ਜੁਆਇੰਟ ਸਮ ਟਾਈਮ ਆਪਰੇਸ਼ਨ ਵੀ ਹੁੰਦਾ ਹੈ ਕਿ 2 3 4 ਥਾਣੇ ਜਿਹਨੂੰ ਉਹ ਮਤਲੂਬ ਨੇ ਉਹ ਰਲ ਕੇ ਐਫਰਟ ਕਰਦੇ ਨੇ। ਮੁਲਜ਼ਮ ਫੜਿਆ ਗਿਆ, ਉਹਦੇ ਨਾਲ ਜਿਹੜਾ ਸਾਥੀ ਹੈ ਉਹ ਵੀ ਫੜਿਆ ਗਿਆ? ਨਹੀਂ ਜੀ, ਉਹ ਨਹੀਂ ਫੜਿਆ ਗਿਆ। ਉਹ ਬਕਾਇਦਾ ਸਾਡੀ ਅਪੀਲ ਹੈ ਕਿ ਉਹਨੂੰ ਵੀ ਫੜਿਆ ਜਾਵੇ ਤੇ ਉਹਨਾਂ ਦਾ ਵੀ ਕੋਈ ਹੱਲ ਕੀਤਾ ਜਾਵੇ। ਜਿਹੜੇ ਵਾਰਦਾਤੀ ਨੇ, ਸਾਡੇ ਵਾਰਦਾਤਾਂ ਹੋ ਬਹੁਤ ਰਹੀਆਂ ਨੇ, ਔਰ ਖ਼ਾਸ ਤੌਰ 'ਤੇ ਉਹ ਵਾਰਦਾਤੀ ਹੈ ਜਿਹੜੇ ਵਾਰਦਾਤ ਦੇ ਦੌਰਾਨ ਫਾਇਰ ਕਰਦੇ ਨੇ, ਜ਼ਖਮੀ ਕਰ ਦਿੰਦੇ ਲੋਕਾਂ ਨੂੰ ਜਾਂ ਲੋਕਾਂ ਨੂੰ ਕਤਲ ਕਰ ਦਿੰਦੇ ਨੇ। ਇਹ ਹੁੰਦਾ ਇਸ ਤਰ੍ਹਾਂ ਹੈ ਕਿ ਅਸੀਂ ਜਦੋਂ ਕੋਈ CCD ਕਿਸੇ ਨੂੰ ਫਰਾਈ ਕਰ ਦਿੰਦੀ ਹੈ, ਕੋਈ ਮਰ ਜਾਂਦਾ ਹੈ ਕੋਈ ਪੁਲਿਸ ਮੁਕਾਬਲੇ ਦੇ ਵਿੱਚ, ਅਸੀਂ ਜਦੋਂ ਵੇਖਦੇ ਹਾਂ ਤਾਂ ਉਹਨਾਂ ਦੇ ਕਿਸੇ ਤੇ 40, ਕਿਸੇ ਤੇ 42, ਕਿਸੇ ਤੇ 50, ਕਿਸੇ ਤੇ 55 ਪਰਚੇ ਹੁੰਦੇ ਨੇ। ਅੱਛਾ, ਜਦੋਂ ਅਸੀਂ ਪੁਲਿਸ ਵਾਲਿਆਂ ਨੂੰ ਪੁੱਛਦੇ ਹਾਂ ਕਿ ਭਾਈ ਇਹ ਤੇ 50 55 ਪਰਚੇ ਸੀ, ਇਹ ਬਾਹਰ ਕਿੱਦਾਂ ਆ ਗਿਆ, ਤਾਂ ਉਹ ਕਹਿੰਦੇ ਨੇ ਜੀ ਕਿ ਮੁਦਈ ਬਹਿ ਜਾਂਦੇ ਨੇ। ਇਸ ਕੇਸ 'ਚ, ਆਪਣੇ ਕੇਸ 'ਚ ਕੀ ਕਹਿੰਦੇ ਹੋ ਕਿ ਇਹਨਾਂ ਨੂੰ ਸਜ਼ਾ ਮੁਕੰਮਲ ਜਿਹੜੀ 302 ਦੀ ਕਤਲ ਦੀ, ਡਕੈਤੀ ਦੀ ਹੈ, ਉਹ ਹੋਣੀ ਚਾਹੀਦੀ ਹੈ, ਜਾਂ ਕੱਲ੍ਹ ਕਰਾ ਨੂੰ ਆਪਾਂ ਵੀ ਢਿੱਲੇ ਪੈ ਜਾਵਾਂਗੇ ਕਿ ਦਫਾ ਕਰੋ ਜੀ ਖਸਮਾਂ? ਨਹੀਂ, ਅਸੀਂ ਕਹਿੰਦੇ ਇਹਨਾਂ ਨੂੰ ਪੂਰੀ ਸਜ਼ਾ ਮਿਲਣੀ ਚਾਹੀਦੀ ਹੈ। ਅਸੀਂ ਇਹਨਾਂ ਦੇ ਨਾਲ ਹਾਂ, ਜਿੱਦਾਂ ਇਹ ਕਰਨਗੇ ਉੱਦਾਂ ਹੀ ਕਰਨਗੇ। ਸਾਨੂੰ ਇਹ ਕੋਸ਼ਿਸ਼ ਕੀਤੀ ਜਾਵੇ ਕਿ ਜਲਦੀ ਤੋਂ ਜਲਦੀ ਮੁਜਰਮ ਨੂੰ ਸਜ਼ਾ ਦਿੱਤੀ ਜਾਵੇ, ਜਿਹੜਾ ਦੂਸਰਾ ਬੰਦਾ ਉਹ ਵੀ ਫੜਿਆ ਜਾਵੇ। ਅੱਛਾ, ਹੁਣ ਆਖਰ ਤੇ ਜਿਹੜੇ ਸਾਨੂੰ ਵੇਖ ਰਹੇ ਨੇ, ਸਾਡੇ ਨਾਜ਼ਰੀਨ ਨੇ, ਉਹਨਾਂ ਵਾਸਤੇ ਇਹ ਗੱਲ ਦੱਸੋ ਕਿ ਅਗਰ ਖੁਦਾ ਨਾ ਖਾਸਤਾ ਉਹਨਾਂ ਨਾਲ ਕੋਈ ਇਸ ਤਰ੍ਹਾਂ ਦਾ ਵਾਕਿਆ ਪੇਸ਼ ਆਉਂਦਾ ਹੈ, ਉਹਨਾਂ ਨੂੰ ਡਾਕੂ ਪੈ ਜਾਂਦੇ ਨੇ, ਚਾਹੇ ਉਹ ਘਰ 'ਚ ਨੇ, ਰਸਤੇ 'ਚ ਨੇ, ਸਟਰੀਟ ਕ੍ਰਿਮੀਨਲ ਨੇ, ਕੋਈ ਵੀ ਹੈ, ਤੇ ਮੁਜ਼ਾਹਮਤ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ? ਨਹੀਂ ਕਰਨੀ ਚਾਹੀਦੀ। ਜੋ ਹੈਗਾ ਮਾਲ ਆ ਉਹ ਬੰਦਾ ਦਫਾ ਕਰੇ, ਮਾਲ ਦਾ ਜਿਹੜਾ ਨੁਕਸਾਨ ਉਹ ਪੂਰਾ ਹੋ ਜਾਂਦਾ ਹੈ, ਜਾਨ ਦਾ ਨੁਕਸਾਨ ਨਹੀਂ ਪੂਰਾ। ਬਿਲਕੁਲ ਇਸ ਤਰ੍ਹਾਂ ਜਿਹੜੀ ਚੀਜ਼ ਉਹ ਦੇਣੀ ਚਾਹੀਦੀ ਹੈ, ਮਜ਼ਾਮਤ ਨਹੀਂ ਕਰਨੀ ਚਾਹੀਦੀ। ਇਨਸਾਨ ਦਾ ਜਿਹੜਾ ਨੁਕਸਾਨ ਆ ਉਹ ਕਦੀ ਵੀ ਨਹੀਂ ਪੂਰਾ ਹੋ ਸਕਦਾ। ਵਾਲ ਸਭ ਤੋਂ ਬਾਅਦ 2 ਸਾਲ ਜਿਹੜੇ ਇਹ ਪੂਰੀ ਫੈਮਿਲੀ ਨੇ ਜਿਹੜਾ ਉਹ ਜ਼ਾਹਿਰ ਸਫ਼ਰ ਕੀਤਾ, ਉਹਨਾਂ ਨੇ ਕਮੀ ਮਹਿਸੂਸ ਉਹਨਾਂ ਦੀ ਕੀਤੀ। ਸਭ ਤੋਂ ਜ਼ਿਆਦਾ ਫਿਰ ਕਿਸ ਚੀਜ਼ ਦੀ ਕਮੀ ਜਿਹੜੀ ਉਹ ਫੀਲ ਹੁੰਦੀ ਹੈ? ਵਾਲਦ ਸਾਹਿਬ ਤੋਂ ਤੁਹਾਨੂੰ ਪਤਾ ਹੀ ਹੈ ਕਿ ਵਾਲਦ ਸਾਹਿਬ ਇੱਕ ਐਸੀ ਚੀਜ਼ ਆ, ਕੋਈ ਵੀ ਬੰਦਾ ਵੀ ਕਮੀ ਨਹੀਂ ਪੂਰੀ ਕਰ ਸਕਦਾ। ਜੋ ਵਾਲਦ ਸਾਹਿਬ ਹੁੰਦਾ ਵਾ ਉਹ ਕੋਈ ਵੀ ਨਹੀਂ ਬਣ ਸਕਦਾ। ਜੋ ਵਾਲਦ ਸਾਹਿਬ ਨੇ ਕਰ ਲੈਣਾ ਕੋਈ ਕਿਸੇ ਨੇ ਨਹੀਂ ਕਰ ਲੈਣਾ। ਲੇਕਿਨ ਜਦੋਂ ਮੇਰੇ ਵਾਲਦ ਸਾਹਿਬ ਕਤਲ ਹੋਏ ਨਾ, ਘਰ ਸਾਡੇ ਦੋਵਾਂ ਘਰਾਂ ਦਾ ਸਰਬਰਾਹ ਉਹ ਸੀਗੇ। ਮੇਰੇ ਤਾਇਆ ਬੂ ਦੀ ਡੈਥ ਹੋ ਗਈ, ਉਸ ਟੈਨਸ਼ਨ 'ਚ 2 ਤਾਇਆ ਬੂ ਫੌਤ ਹੋ ਗਏ, ਵਾਲਦਾ ਵੀ ਫੌਤ ਹੋ ਗਈ। ਇਹ ਸਿਰਫ ਇਸ ਮਸਲੇ ਦੇ ਵਿੱਚ ਸਾਡੇ ਇੱਕ ਨਹੀਂ, ਸਾਡੇ 3 ਕਤਲ ਇੱਕ ਹਿਸਾਬ ਦੇ ਹੋਏ ਪਏ। ਸਾਰਾ घर तबाह हो गया साडा। नाज़रीन इकराम, मुद्दई मुकदमा अली बाजवा हमारे साथ मौजूद थे और उन्हें हुकूमत से इंसाफ के निज़ाम से और इदारों से ये भरपूर तवक्को है कि उनके मुलज़िमान पकड़े गए, खुशी की बात है। लेकिन इंसाफ के तकाज़े तब पूरे होंगे जब इनका जो माली नुकसान है वो 100% रिकवर होगा। जो दूसरा मुलज़िम है जो अभी तक पुलिस की पहुंच से दूर है वो भी अरेस्ट होगा और इनकी रिकवरी होगी। और इनका ये कहना है कि किसी तरह की कोई मसलियत आड़े नहीं आएगी, इंसाफ होना चाहिए और मुकम्मल इंसाफ होना चाहिए, इंसाफ होता हुआ नज़र आना चाहिए ताकि जो मुलज़िमान हैं उन्हें करार वाकई सज़ा मिल सके।
नाजरीन, टीम मुजरिम कौन मौजूद है फैसलाबाद में थाना मदीना टाउन के अंदर, और बात हो रही है कि फैसलाबाद पुलिस जहां एक तरफ रोज़ाना की बुनियाद पर होने वाले जराइम की रोकथाम कर रही है, वहीं गड़े मुर्दे भी उखाड़े जा रहे हैं। 2 साल कबल फैसलाबाद में थाना मदीना टाउन की हदूद में एक कत्ल होता है और फैसलाबाद पुलिस 2 साल के बाद कल्प्रिट्स को ना सिर्फ आइडेंटिफाई करके ट्रेस करती है बल्कि अरेस्ट भी कर लेती है। क्या हुआ था 2 साल कबल, कैसे कत्ल हुआ और फिर कैसे पुलिस मुलजिमान तक पहुंची, जानते हैं। SHO थाना मदीना टाउन सब इंस्पेक्टर अदील अकरम चीमा हमारे साथ मौजूद हैं। अस्सलाम वालेकुम अदील भाई, बहुत शुक्रिया आपके वक्त का। अदील भाई बताइएगा, ये क्या किस्सा था, कैसे मर्डर हुआ और फिर 2 साल के बाद किस तरह से ये कानून के शिकंजे में आए? जी बिस्मिल्लाहिर्रहमानिर्रहीम। ये 2 साल कबल मुकदमा नंबर 2373/23 जुर्म 302-392 दर्ज रजिस्टर हुआ था। तो उस पर काम वर्क करते हुए जनाब IG साहब की विजन के मुताबिक जनाब RPO साहब, जनाब CPO साहब की हिदायत को मद्देनज़र रखते हुए जनाब SP साहब मदीना डिवीज़न के ज़ेर निगरानी टीमें तश्कील दे के जो एक ब्लाइंड मर्डर था ये, उस पर टेक्निकल बुनियादों पे काम करते हुए तो हमने इसको वर्कआउट किया। तो इसको वर्कआउट करने में हमें जनाब को पता है कि काफ़ी जो पुराने केसेस होते हैं उनमें मेहनत तलब काम होता है, जो कि अल्हम्दुलिल्लाह हमने मेहनत की। मेरी टीम ने, मेरे जो सीनियर्स अफसरान हैं उनकी हदायत और सुपरविजन के मुताबिक, तो एक 2 बंदे थे जिन पे मैं काम कर रहा था कि सस्पेक्ट मुझे नज़र आया कि ये हो सकते हैं। उनकी जो फ़ोन नंबर्स कलेक्ट किए, उनकी फैमिली ट्री ली। फैमिली ट्री लेने के बाद उनके एक्टिव नंबर्स पे काम किया गया। एक्टिव नंबर पे काम करके CDO ब्रांच जो है हमारी, उनसे ये उन्होंने हमें टेक्निकल वसाइल जो है वो हम मुहैया किए, और मज़ीद जो ह्यूमन इंटेलिजेंस सोर्सेज हमारे वो यूज़ करने पड़े, वो यूज़ किए। उसके बाद उस वक्त की फुटेज भी थी, उसको मद्देनज़र रखते हुए फिर हमने काम किया और अल्हम्दुलिल्लाह हमने जो इसमें जो मेन अक्यूज़ थे उनको हमने अरेस्ट किया। अदील भाई, ये जो इस वाक़े की FIR बताती है कि ये बाप बेटा थे, ट्रैवल कर रहे थे कहीं बाइक पे और इनको रास्ते में रुका गया। अच्छा, जब का ये जिस वक्त का ये वाक़या है तब हमारा सेफ सिटी भी एक्टिव नहीं था। 2 साल गुजर गए, फ़ाइलों के ऊपर काफ़ी सारी धूल और मिट्टी भी जम गई होगी। आपने टेक ओवर किया। आप एक तरफ फैसलाबाद का मसरूफ़ तरीन पुलिस स्टेशन में से एक पुलिस स्टेशन है मदीना टाउन, जहाँ पे आपको क्रिमिनल से, क्राइम से वास्ता रहता है। लॉ इन्फोर्समेंट की सिचुएशन में भी हर वक्त आपको क्या, आप कैसे फिर इसको सीक्वेंस को आप रखते हैं कि मैंने डेली बेसिस की क्राइम को भी रोकना है और मैंने पुराने भी एक एक करके छोड़ना कोई नहीं? जी इंशाल्लाह पुलिस जो है, पंजाब पुलिस और फैसलाबाद पुलिस जो 24 आवर्स आवाम की खिदमत के लिए कोशिश है और अपना काम जो है वो बेहतर तरीके से सर अंजाम दे रही है। हमारे अफसरान की जो सुपरविजन है, जो उनकी गाइडलाइंस हैं, उन पर काम करते हुए, उनके जो इंस्ट्रक्शंस हैं उन पर वर्क करते हुए, तो हम ये तमाम कामयाबियाँ जो हैं वो समेट रहे हैं और इंशाल्लाह आइंदा भी समेटेंगे। और अपनी आवाम के लिए हम जो भी जराइम, क्राइम, जो जिस तरह की भी सिनेरियो हैं, जो सिचुएशन हैं, उनको हमने ही काम करना है। मैंने बतौर SHO मैंने ही ये काम करना है और मेरे ही ज़िम्मे ये अल्लाह पाक ने मुझे मेरी ये ड्यूटी लगाई है कि मैंने अपनी आवाम को जो है वो फैसिलिटेट करना है, उनकी खिदमत करनी है और उनको हमने ये तमाम जो कल्प्रिट अनासर हैं इनसे बचाना है। और जो आप बता रहे हैं कि मौजूदा सूरत हाल को साथ साथ रखते और जो पुराने केसेस को साथ, तो ये हमारा अब ये वतीरा है, हमने काम करना है इंशाल्लाह। इस केस में क्योंकि अरसा काफ़ी गुजर गया, 2 साल 2.5 साल तकरीबन गुजर गए। होता है कि जब किसी का कोई ताज़ा ज़ख्म होता है, मर्डर अभी हुआ, महीना, 2 महीने, 3 महीने तक, इवन 6 महीने तक भी जो है वो मुद्दई जो हैं वो बहुत उम्मीद बांधते हैं, वो वावेला भी बहुत करते हैं। इस केस में बज़ाहिर ये लगता है कि आपकी कार्रवाई, आपकी टीम की कार्रवाई के बाद कि आपने सरप्राइज़ दिया मुद्दईयान को कि भाईजान ए लो ए पैन है तुहाडे मुलज़म। क्या रिएक्शन था पब्लिक का, क्या रिएक्शन होता है जब आप इस तरह का सरप्राइज़ देते हैं कि एक तरह से उनको सब्र आ गया होगा अपने बाप की मौत पे, एक तरह से क्योंकि वक्त है, हील अप हो जाता है इंसान और वो तकरीबन नाउम्मीद और मायूस हो चुके होंगे कि साडा कुछ नहीं बनना। ऐसे में जब आपने उनके मुलजिमान पकड़ के उनके सामने खड़े कर दिए तो क्या उनका रिएक्शन क्या था? जी बिल्कुल जी, दुआएं दी उन्होंने, जिसके लिए हम काम करते हैं, दुआएं दी हैं, हमें अप्रिशिएट किया है, पुलिस के वर्क को अप्रिशिएट किया है। और जो दिली तस्कीन होती है, जो जिस बंदे का कोई मर्डर हुआ हो, फिर उसका जो अक्यूज़ यानी मुलज़म जो है, जब वो अपना कानून के कटहरे में आता है और उसको फिर हमने तमाम शवाहद इकट्ठे करके तो मैंने उसको अदालत यानी कि जुडिशल किया ताकि उसको ज़्यादा से ज़्यादा सज़ा मिल सके। और वो दुआएं दे रहे हैं, वो खुश हैं अल्हम्दुलिल्लाह मुद्दई जो हैं। और उनके लिए वाकई ये सरप्राइज़ एक जब उनको बताया गया तो वो शॉक भी हुए
خوش بھی ہوئے اور دعائیں بھی دے رہے ہیں. یہ 2 ملزمان تھے, زیادہ تھے, یہ پورا نیٹ ورک آپ نے کریک کیا ہے کیا؟ اس کی تھوڑی تفصیل بتائیے گا کہ کیا ان کے بھی کچھ لوگ, ان کے ساتھی کچھ ایسے ہیں جو باقی ہیں, یا آپ نے ایک ایک کر کے قابو کر لیا ہوا ہے سب؟ جی 2 قسم ملزمان تھے, انہوں نے یہاں نہیں اور بھی وارداتیں کی ہوئی ہیں. ان کے انکشاف جو ہمارے دوسرے ایک بالڈوین ہے وہاں بھی ان کو چلان انہوں نے ہونا ہے, کیونکہ ان کا وہاں کے انکشاف گزارے ہیں جو انہوں نے مختلف فیصل آباد میں انہوں نے وارداتیں کی ہوئی ہیں. تو اس کے جو ساتھی ایک ملزم بقایا ہے اس پہ بھی ورک کر رہے ہیں, انشاءاللہ وہ بھی جلد از جلد قانون کے کٹہرے میں ہوگا. عدیل بھائی, کچھ جو رابرز ہوتے ہیں, ڈکیت ہوتے ہیں, وہ خطرناک اس لحاظ سے بھی ہوتے ہیں, جیسے انہوں نے مرڈر کر دیا, پولیس کن لوگوں کو ٹاپ, ظاہر ہے پولیس پرائورٹی تو رکھتی ہے سب پہ, کیونکہ عوام کو ریلیف دینا, انصاف دینا وہ پولیس ڈپارٹمنٹ کا کام ہے. ٹاپ پرائورٹی کیا بن جاتی ہے کہ ایسے خطرناک ڈکیت گینگز جو دوران ڈکیتی خدا نہ خواستہ لوگوں کو قتل کرتے ہوں, یا خاص طور پہ جو عصمت دری کی وارداتیں کرتے ہوں, ان کو پھر سب سے ٹاپ پرائورٹی پہ رکھا جاتا ہے, اور پھر اس وقت تک نہیں پولیس چین سے بیٹھتی جب تک ان کو پکڑ نہیں لیا جاتا یا انجام تک نہیں پہنچایا جاتا. جی بالکل اسی طرح کے سینیریو کا ایک اور کیس میں نے حال 1 منتھ اگو ابھی وہ ٹارگٹ اچیو کیا تھا, جنہوں نے جو ڈاکو تھا انہوں نے ہاؤس رابری کی تھی, اور ہاؤس رابری کے دوران انہوں نے, آپ کو پتہ ہے کہ جو اکثر اوقات جو ہے ڈاکو کوئی جو غیر اخلاقی حرکات و سکنات جو ہیں وہ بھی سر انجام دے دیتے ہیں. تو میں نے ان کو بھی الحمدللہ میرے آنے سے پہلے کا ہوا تھا, لیکن اس کو بھی میں ٹریک کر چکا ہوں. اور یہ ٹاپ پریورٹی ہے, بالکل ٹاپ پریورٹی ہے. جو پرانے مجرمان اشتہاری ہیں اقدام قتل کے جو ہیں, جو مرڈر کے ہیں, یا 302 392 کو رابرز ہیں جیسے آپ کہہ رہے ہیں, ڈکیت ہیں, چور ہیں, تو ان کو ہم نے انشاءاللہ کہاں جانا, انہوں نے ہم نے پکڑنا ہے اور پکڑیں گے انشاءاللہ. عدیل بھائی, آپ کو اس پولیس اسٹیشن کو ٹیک اوور کیے ہوئے ایس ایچ او تعینات ہوئے تقریباً 2 ماہ سے 2.5 ماہ تقریباً ہو گئے ہیں. اوورآل جو ہے وہ کیا, کس حد تک مدینہ ٹاؤن کے لوگ جو ہیں وہ پہلے کی نسبت سکون میں ہیں, کس حد تک جو ہے وہ ان کا ادارے کے اہلکاروں پہ جو ہے وہ ٹرسٹ بحال ہوا ہے؟ ہمارے ناظرین کو بتائیے گا کہ اوورآل ابھی تک جو مین آپ نے جو ہیں, جیسے آپ نے بتایا کہ 2 مرڈرز تو آپ نے ابھی بتا دیا ہمارے ناظرین کو, مزید کیا کچھ کیا؟ جی 2.5 ماہ کے عرصے میں نے اپنے جو میرے سی پی او صاحب ہیں ان کی ہدایات پر عمل کرتے ہوئے, اپنے ایس پی صاحب جو مدینہ ڈویژن ہیں جہاں داس صاحب, ان کی جو زیر نگرانی الحمدللہ بڑی محنت سے جہاں پیشانی سے کام کیا ہے, اور جو کرائم کی ریشو ہے وہ 50% سے نیچے لے کے آئے ہیں جو پہلے چل رہی تھی ہر ایک کرائم میں, یہ نہیں کہ کسی ایک میں, ہر میں. تو دوسرا جو ہے ادھر بدماشی کلچر یا کوئی ایسا ڈالا کلچر کا سین جو ہے وہ کریٹ نہیں ہونے دیا, نہ ہی کوئی ایریل فائرنگ کا کوئی ایسا انسیڈنٹ سرزد ہوا 2.5 ماہ میں کوئی ایسا ہوا ہو کہ کہیں کوئی. حالانکہ یہ آپ کی جو حدود ہے اس میں ہم کہتے ہیں کہ بڑی پہنچ والے ایلیٹ کلاس ہوتی ہے, بڑے جو تعلقات کے دعوے دار ہوتے ہیں کہ ساڑی اتنے تک پہنچے, سانو ایس ایچ او کی کر لے گا, اس طرح کے ڈائلاگز اس تھانے کے حدود میں اکثر سننے کو ملتے ہیں. اور یہ بڑی اچھی بات ہے جو آپ بتا رہے ہیں کہ ایریل فائرنگ, خاص طور پہ شادیوں کا سیزن ہے, آج کل پولیس کی نفری کم پڑ جاتی ہے, شادی کی تقریبات زیادہ ہوتی ہیں اور کالز چل رہی ہوتی ہیں, کبھی اس جگہ پہ ایریل فائرنگ, کبھی اس جگہ پہ ہوائی فائرنگ ہوگی, کبھی وہاں ہوگی, کبھی لاؤڈ سپیکر سے محلے دار تنگ ہوتے ہیں. تو ایک بھی واقعہ نہیں ہونے دیا آپ نے؟ ایریل فائرنگ کا کوئی ایسا انسیڈنٹ پیش نہیں آیا. لاؤڈ سپیکر کے خلاف کارروائیاں دھڑا دھڑ جاری ہیں, جو لاؤڈ سپیکر کا استعمال غیر قانونی کرے گا اس پہ FIR ہوگی. اور یہ آپ کے توسط سے میں ابھی لوگوں کو بتانا بھی چاہتا ہوں کہ پہلے بھی کوئی بھی غیر قانونی سرگرمی جو ہے اس پہ کام ہو رہا ہے, پرچے ہو رہے ہیں, اور مزید بھی اگر کوئی ایسا غیر قانونی فعل کو سرزد کرے گا تو انشاءاللہ وہ حوالات میں آئے گا. ناظرین کرام, سب انسپکٹر عدیل اکرم چیمہ ہمارے ساتھ موجود ہیں, ان سے گفتگو کا سلسلہ بھی جاری ہے. یہاں پہ میں آپ کو بتا دوں کہ آج خاص طور پہ جس کیس کی بات ہو رہی ہے وہ ایک ایسا بلائنڈ مرڈر تھا جو پولیس کے لیے ایک چیلنج تھا, اور تقریباً 2 سال کا عرصہ گزر گیا اور فائلوں پہ گرد اور دھول جمنا شروع ہو گئی. سب انسپکٹر عدیل اکرم چیمہ نے تھانہ کا چارج لیا اور پھر پریورٹی لسٹ کو ترتیب دیا, اور پھر اس گڑے مردے کو اس خوبصورتی سے اکھاڑا کہ جو مدعیان ہیں جس نوجوان کے باپ کا مرڈر ہوا تھا
اس کے لیے بھی یہ ایک سرپرائز تھا کہ ہمارے ساتھ دوران ڈکیتی اس کے والد کو قتل کرنے والے ملزمان پولیس نے جا کر ان کے سامنے کھڑا کر دیا کہ بھائی یہ آپ کے ملزمان ہیں. اور ناظرین کرام, پولیس اگر اسی پیشہ ورانہ مہارت سے اپنی ڈیوٹی سر انجام دیتی رہے تو نو ڈاؤٹ کہ کرائم کی ریشو نیچے آئے گی, نو ڈاؤٹ کہ ہمارے شہر پر امن ہوں گے, اور نو ڈاؤٹ کہ لوگ سکون کا سانس لیں گے. عدیل بھائی, پولیس کی جانب سے پنجاب گورنمنٹ کی طرف سے ڈیفرنٹ کمپینز چل رہی ہیں. سب سے پہلے بات کرتے ہیں ٹاپ پریورٹی پہ آج کل جو ٹریفک کمپین ہے. لوگ نالاں نظر آتے ہیں, اس میں کوئی شک نہیں کہ یہ سارے کے سارے قوانین لوگوں کی اپنی سیفٹی کے لیے ہیں. ہیلمٹ کا استعمال سب سے زیادہ لوگ اس پہ واویلا کر رہے ہیں کہ جی وہ لٹے گئے, مارے گئے, جی مار دیتا جی گورنمنٹ نے سانوں. دیکھا جائے تو ہمارے ہاسپٹلز میں 90% کیسز جو ہیں ڈیتھ کیسز ایمرجنسی کے وہ ہیڈ انجری سے ہیں. کیا جو پنجاب پولیس ہے, مدینہ ٹاؤن پولیس جو ہے, وہ کیا کنٹریبیوٹ کر رہی ہے اس کمپین کو انفورس کرنے میں, لوگوں کو جو ہے اویئرنیس دینے میں اور قانون پہ امپلیمنٹ کروانے میں؟ جی بالکل آپ ٹھیک کہہ رہے ہیں. جو ٹریفک قوانین کی خلاف ورزی کرتے ہیں ان کے خلاف قانون کے مطابق کارروائیاں جاری ہیں, اور ٹاپ پریورٹی پہ آج کل ٹریفک وائلیشنز جو ہیں وہ ہم نہیں ہونے دے رہے. جو ایکچولی ٹریفک وارڈنز جو ہیں, جو ہماری ٹریفک پولیس ہے, وہ چلانز وغیرہ کر رہی ہے, لیکن ہم ان کے ساتھ ان کی پوری ہیلپ کر رہے ہیں. روڈز پہ ٹریفک رولز پہ اپنی عوام کو ان کو کونسلنگ کر رہے ہیں. چوک در چوک کھڑے ہو کے ہم ان کی کونسلنگ کر رہے ہیں کہ آپ خدارہ ہیلمٹ کا استعمال کریں. ہیلمٹ سے آپ کی جان کا ہی, اگر ہیلمٹ یوز نہیں کریں گے تو آپ کی جان کا نقصان ہوگا. ون ویلنگ کے بارے میں لوگوں کو بتا رہے ہیں کہ ون ویلنگ نہیں کریں گے. جو جووینائل بچے جو چھوٹے ہمارے گھروں سے بائکس لے کے نکلتے ہیں, ان کو اگر پورا چلا نہیں سکتے تو وہ ایکسیڈنٹ کرتے ہیں, یا خود اس کا شکار ہو جاتا ہے, یا پھر اگلے بندے کو ٹارگٹ کر کے اس کو خدا نخواستہ اس کا نقصان کرتے ہیں. عدیل بھائی, کوئی خصوصی طور پہ جو ٹیمیں ہوتی ہیں, کیونکہ آج کل ہمارے جو آفسرز ہیں, اسسٹنٹ سب انسپیکٹرز جو ہیں, وہ بہت ایجوکیٹڈ اور بڑے سافٹ سپوکن ہیں. وہ پرانی جو پولیسنگ ہے وہ کمیونٹی پولیسنگ میں تبدیل ہو چکی ہے, اور اگر کسی ناکے پہ کھڑے ہوئے, اگر کسی روڈ پہ کھڑے ہوئے پولیس آفیسر کسی شہری کو پولائٹلی سمجھاتا ہے کہ بھائی یہ تمہارے ساتھ تمہارے معصوم بچے ہیں, اگر تمہیں اپنی حفاظت کا نہیں تو کم از کم ان کا خیال کرو. کیا کوئی ایسی ٹیمز تشکیل دی گئی ہیں کہ جو وہ چلان کی مار دھاڑ کے علاوہ بھی کسی کو روک کر سمجھا کر وارننگ دے کے جو ہے وہ اس کو بول دے کہ بھائی اپنا خیال کرو اور جو ہے اپنے بچوں کا خیال کرو؟ جی بالکل کاؤنسلنگ ہو رہی ہے. جو ہمارے ناکہ جات باقاعدہ لگ رہے ہیں سٹی ایریا میں, اور 1.5-2 گھنٹے کا ایک پوائنٹ چھوڑ کے دوسرے پوائنٹ پر ناکہ جات لگاتے ہیں. ادھر میں خود ہوتا ہوں, میرے سرکل افسران ہوتے ہیں, میرے سینئر افسران میں چیک کرتے ہیں, میرے ساتھ سبارڈینیٹ ہوتے ہیں, لوور سبارڈینیٹ ہیں. ہم تمام لوگوں کی کاؤنسلنگ کرتے ہیں, لوگوں کو کھڑا کر کے سمجھاتے ہیں. جس کے پاس ہیلمٹ نہ ہو ان کو ہیلمٹ دلوا کے وہاں سے روانہ کرتے ہیں, کہ تاکہ لوگوں کو اویئرنیس بھی ہو اور لوگوں کی کاؤنسلنگ بھی ہو, اور لوگ یہ خدا نخواستہ پریشانی, چلان کی پریشانی سے بچیں, اور اپنی جان کی سب سے زیادہ ضروری ہے وہ حفاظت ان کی ہو سکے. میں اپنے ناظرین کے بہاف پہ SHO تھانہ مدینہ ٹاؤن سے ایک سوال کرنے لگا ہوں عدیل بھائی. جو ہمارے ناظرین کی سب سے زیادہ شکایت ہے, وہ کہتے ہیں پولیس شہریوں کو پکڑتی ہے, شہریوں پہ کے چالان بھی ہوتے ہیں, ان پہ FIRs بھی ہو جاتی ہے, جبکہ جو دکاندار ہیں, جو ہیلمٹ شاپس والے ہیں, اگر کوئی شہری کمپلین کرتا ہے پولیس اسٹیشن میں آ کر کہ میں ہیلمٹ والی دکان پہ گیا ہوں اور وہ لو کوالٹی کا ہیلمٹ مجھے مہنگے ریٹ میں دے رہا ہے, تو کیا پولیس اس پہ کارروائی کرے؟ یہ ایکچولی تو کام یہ ہے, یہ DC صاحب کی جو ہے وہ ٹیمز ہیں, جو AC صاحب کے ہیں وہ کر رہے ہیں کام. اگر ہمارے پاس بھی کمپلینٹ آتی ہے تو ہم ان کو اخلاقی طور پر بلا کے سمجھا کے ان کو بھی موٹیویٹ بھی کر رہے ہیں, ان کی کاؤنسلنگ بھی کر رہے ہیں کہ نہیں آپ خدارہ اس طرح لوگوں کے ساتھ زیادتی نہ کریں. آخر میں عدیل بھائی بتائیے گا, ایک اور کمپین ہے جو بڑی زور شور سے جاری ہے, پنجاب کو ڈی ویپنائز کرنے کی, ناجائز اسلحے کے خاتمے کی. کتنے لوگوں نے ابھی تک پولیس اسٹیشن میں رجوع کیا, سرنڈر کرنے کے لیے ذمہ دار شہری ہونے کا ثبوت دیا؟ کیا کوئی ایسا کیس آیا کہ کسی نے از خود آ کے کہا ہو کہ جناب SHO صاحب یہ میرے پاس ویپن تھا, یہ انلیگل ہے, میں اسے سرنڈر کرنا چاہتا ہوں؟ جی بالکل سرنڈر کر چکے ہیں. جب سے یہ مہم ہماری چلی ہے تقریباً 3 سے 4 لوگ جو ہیں وہ خود آ کے اپنے ویپن ادھر جمع کروا چکے ہیں. وہ انہوں نے بتایا کہ ہمارے لائسنس بنے ہوئے ہیں لیکن اب ایکسپائر ہو چکے ہیں, لہٰذا یہ لائسنس بھی آپ کو پیش کر رہے ہیں اور یہ ویپن بھی آپ کو پیش کر رہے ہیں, تاکہ ہم کسی غیر قانونی سرگرمی میں اس ملوث نہ ہوں اور ہمارے خلاف کوئی ایسا شکنجہ نہ آئے. اور ڈی ویپنائز کے حوالے سے یہی ہے کہ ہم ڈالا کلچر کے خلاف زیادہ سے زیادہ مہم جاری ہے. کوئی آپ کو الحمدللہ آپ بھی دیکھتے ہیں, پہلے بھی آپ دیکھتے ہوں گے, اب آپ کو کوئی ایسا سین نہیں
ایسا کوئی نظر نہیں آئے گا کہیں کوئی ڈالا کلچر میں کسی نے کوئی ویپن شو کر رہا ہو اور دوسرا جو بائکس پہ یا چوکو گولی کوچو محلوں میں اس طرح کے کوئی فائرنگ یا ہوائی فائرنگ یا اس طرح کے کوئی ایسا ہو جو غیر قانونی فعل ہیں. تو الحمدللہ اس پہ کام کر رہے ہیں اور زبردست کام کر رہے ہیں. پورا فیصل آباد پورا پنجاب پولیس جو ہے وہ اس پہ کام کر رہی ہے. جناب آئی جی صاحب کو ہمیں کلیئر کٹ ہدایات ہیں ان کی طرف سے, ان کے ویژن کے مطابق, اور جو میم سی ایم صاحبہ کا ویژن ہے اس کے مطابق الحمدللہ کارروائی جاری ہیں. آپ کا بہت شکریہ عدیل بھائی. ناظرین کرام, ایس ایچ او تھانہ مدینہ ٹاؤن سب انسپکٹر عدیل اکرم چیمہ ہمارے ساتھ موجود تھے, جہاں ایک طرف انہوں نے کیس کے بارے میں تفصیلاً بتایا, وہیں دوسری طرف انہوں نے بتایا کہ کس طریقے سے ٹیک اوور کرنے کے بعد انہوں نے جرائم پیشہ عناصر کے قلع کمے کے لیے انہیں قانون کے کٹہرے میں لانے کے لیے ایفرٹس کی, اور دوسرا جو گورنمنٹ کی جانب سے کمپینز چل رہی ہیں ٹریفک آگہی کی, ٹریفک رولز کی انفورسمنٹ کی اور ڈی ویپنائز کی, اس میں بھی تھانہ مدینہ ٹاؤن پولیس پیش ہے. ناظرین, فیصل آباد پولیس جرائم اور جرائم پیشہ افراد کے خلاف زیرو ٹالرنس پالیسی اپنائے ہوئے ہے, اور فیصل آباد بھر میں جو ہے وہ جرائم پیشہ افراد کے خلاف تابڑ توڑ کارروائیاں جاری ہیں. فیصل آباد میں تھانہ مدینہ ٹاؤن پولیس نے ایسے ہی ملزمان کو گرفتار کیا جنہوں نے 2 سال قبل جو راہ گزرتے ہوئے باپ بیٹا تھے بائک سوار, ان کو لوٹتے ہوئے ڈکیتی مزاحمت پر باپ کو قتل کر دیا. 2 سال کا عرصہ گزر گیا اور 2 سال کے بعد مدینہ ٹاؤن پولیس نے ان ملزمان کو گرفتار کر لیا. کہاں رہے یہ 2 سال؟ 2 سال کے بعد ایسا کیا ہوا کہ ملزمان پولیس کی حراست میں آ گئے؟ کیسے اس کیس کو آگے بڑھایا؟ یہ جاننے کے لیے ٹیم مجرم کون موجود ہے. انچارج انویسٹیگیشن تھانہ مدینہ ٹاؤن سب انسپکٹر بابر نیازی ہمارے ساتھ موجود ہیں. ان سے گفتگو کرتے ہیں, ان سے جانتے ہیں کہ کیسے یہ ملزمان ان کے شکنجے میں ہے. السلام علیکم بابر بھائی, بہت شکریہ آپ کا. بابر بھائی بتائیے گا, یہ کیا معاملہ تھا, کیا ماجرا تھا, کیا واردات ہوئی, اور پھر یہ کیسے آپ کے ہاتھ لگے یہ ملزمان؟ یہ نا مدینہ ٹاؤن کا کافی ہائی لائٹڈ کیس تھا. جب میں یہاں پہ پوسٹڈ ہوا تو سی پی او صاحب نے اسپیشلی اس کیس کا اور 1-2 اور کیسز تھے جن پہ مجھے ٹارگٹ دیا. تو اس کیس پہ ہم نے جب پتہ جو کی اور محنت کرنی اپنی سٹارٹ کی, تو یہ باپ بیٹا تھے, یہ جنازہ پڑھ کے آ رہے تھے. تو دوران واردات ان سے 40,000 روپیہ اور مزاحمت پر ان کو فائر مارا, جس میں یہ جو باپ تھا اس کا وہ موقع پہ ہی اس کا انتقال ہو گیا. اس پہ مقدمہ وغیرہ درج ہوا. بعد میں جب میں ادھر پوسٹڈ ہوا تو یہ مقدمہ سٹل زیر تفتیش تھا. اس پہ ہم نے محنت کی, اپنے ٹیکنیکل سورسز استعمال کیے, گراؤنڈ سورسز استعمال کیے. جو اس میں مدعی مقدمہ تھا وہ تو کافی مایوس ہو چکے تھے, لیکن ہم نے اس میں اپنے ٹیکنیکل سورسز گراؤنڈ سورسز استعمال کرتے ہوئے اس میں ہم نے کام جاری رکھا. اور اس میں ہمیں ایک لیڈ ملی, اس لیڈ پہ ہم نے کام کیا. اور اس میں یہ علی کامران نامی ہم نے پھر ملزم پکڑا, جس سے ہم نے انٹروگیشن کی. تو اس نے یہ انکشاف کیا کہ اس نے دوران واردات اپنے ایک ساتھی کے ہمراہ یہ وقوع سرزد کیا. بابر بھائی, ایسے بہت سے کیسز میں جیسے آپ نے بتایا کہ ڈکیتی مرڈر, جب ایک کال موصول ہوتی ہے, ایک کمپلین آتی ہے پولیس کو کہ اس طرح سے مرڈر ہو گیا ہے, آپ کا کیونکہ وسیع تجربہ ہے, آپ انویسٹیگیشن کے ماہر سمجھے جاتے ہیں, بہت سی جگہوں پہ بہت سارے کیسز میں آپ نے انویسٹیگیشن کی ہوگی. پولیس کنفرم کیسے کرتی ہے, کیونکہ آج کل فیک کالز اور پھر چیزوں کو ٹوسٹ کرنا عوام کی جانب سے اس طرح کی بھی بہت سی کارروائیاں ہوتی ہیں, کیسے کنفرم کیا جاتا ہے کہ واقعی میں یہ ڈکیتی مزاحمت تھی, یا پھر اس میں کوئی دشمنی کا, اینیمیٹی کا, اس طرح کا ایلیمنٹ جو جب سٹارٹ ہوتی ہے انویسٹیگیشن تو ایک ٹائم میں کتنی ڈائریکشنز پہ ایک انویسٹیگیشن آفیسر کو سوچنا پڑتا ہے؟ اس میں نا سب سے پہلے تو ہم اس میں جو ہماری پروسیڈنگ ہوتی ہے سٹارٹ جب ہم کرتے ہیں تو اس میں جو انیشل جو ہماری سٹیج ہوتی ہے اس پہ ہم اس کی پوسٹ مارٹم وغیرہ کروانے کے بعد اس میں جو یعنی کہ اس میں سیمپلز وغیرہ ہوتے ہیں یا جو یہ چیزیں ہوتی ہے وہ ہم جمع کرواتے ہیں. اس کے بعد اس میں دیکھا جاتا ہے بھی مدعی کسی کو نامزد کروانا چاہ رہا ہے یا کس گراؤنڈ پہ نامزد کروانا چاہ رہا ہے. اور اسپیشلی جو یہ ڈکیتی کے مقدمات ہوتے ہیں دوران ڈکیتی مرڈر, تو ان میں اگر مدعی کوئی نامزد کرواتا ہے تو وہ چیز سامنے آتی ہے تو اس میں وہ مشکوک ہوتی ہے یا کوئی شکوک ہوتی ہے تو اس پہ پھر ورک کیا جاتا ہے. لیکن اس کیس میں اسپیسیفکلی اگر آپ دیکھتے ہیں تو مدعی تو مایوس ہو چکا تھا اپنے اینڈ سے, لیکن یہ ہم نے اس میں تمام اپنے سورسز کو, اپنے گراؤنڈ سورسز کو اسپیشلی استعمال میں لائے. اور جب وہ
मुलज़म हमें पकड़ा गया है, तो उसमें उस पर हमने पूरी तस्दीक की भी आया वो झूठ बोल रहा है या उसको हमने क्लियर किया, हमने वकूए को तस्दीक किया, हमने दोबारा वो उस वकूए पे ले जाकर उसको तस्दीक किया, फिर हमने जो मुद्दई थे उसके गवाहन थे उनको हमने वहाँ पे बुलाया, तस्दीक किया, वहाँ से उनसे तस्दीक किया, उसके बाद हमने तमाम अपने अफसरान के नोटिस में लाते हुए अगला लाया अमल इसमें दिया। बाबर भाई, जैसे आपने बताया कि इनका जो प्रॉपर पूरा एक प्रोसेस जो है उसको अडॉप्ट किया जाता है, तो जो इस तरह के जो मुल्ज़िमान हैं इनको फिर पकड़ने के बाद इनका फिर गुज़िश्ता साहब का रिकॉर्ड भी चेक किया जाता है। अब हम पुराने ज़माने में सुनते थे कि जो पुराने डाकू होते हैं वो बहुत कम गोली चलाते हैं और अगर उन्हें चलानी पड़े तो वो कोशिश करते हैं कि टांगों में जो है वो, क्या अभी ये डाकू डकैत जो हैं इनमें इम्पेशेंस आ रहा है या ये नौ सीखिए होते हैं कि इनकी जो है वो दौरान डकैती कत्ल की हमारे वारदातें जो है बढ़ती जा रही हैं? उसका बेसिकली जो पर्पज़ है ना, जब ये डकैती करते हैं आगे से कोई भी जब बंदा जब मुज़ाहमत करता है तो ये उस डर से और खौफ से भी हमारे साथ क्या होगा, ये उस डर और खौफ से फायर मारते हैं। अच्छा, ये इनको ये होता है कि हम पकड़े जाएंगे तो फिर हमारा अंजाम जो है वो बुरा होगा। बाबर भाई, कितने अभी तक कॉम्प्लिकेटेड केसेस जो हैं वो सब इंस्पेक्टर बाबर नियाज़ी जो है वो ऐसे कॉम्प्लिकेटेड केसेस जो आसान नहीं होते, जो मुश्किल होते हैं, यहाँ पे पोस्टिंग के बाद वो कितने केसेस को आपने हाथ डाला? मैं अल्हम्दुलिल्लाह मेरी ये तीसरी INV शिप है और मैंने थाना टिकरी वाला, गुलामाबाद और अब मदीना टाउन, और मैंने काफ़ी ब्लाइंडर केसेस भी जो है वो भी सॉल्व किए, अल्लाह ने उसमें कामयाबी दी। अफसरान की जो मुझ पे एतमाद था उसमें मैं पूरा उतरा और इंशाल्लाह ताला मदीना टाउन में भी मैं कंटिन्यू हूँ। यहाँ पे भी मैंने 2-3 केसेस ऐसे सॉर्ट आउट किए जो मुश्किल थे, लेकिन इंशाल्लाह ताला इसको कंटिन्यू रखूँगा और अपने अफसरान का जो एतमाद है मुझ पे उसको बहाल रखूँगा। एक टर्म बाबर भाई यूज़ होती है क्राइम सीन को प्रिजर्व करना, जैसे ये केस था जिसके बारे में हम बात कर रहे हैं, ये 2 साल के बाद मुल्ज़िमान जो हैं वो पकड़े गए। कितना ज़रूरी है क्राइम सीन को प्रिजर्व करना? अगर एक वक़ूआ होता है उसकी जो मुकम्मल जो शवाहिद हैं वो इकट्ठे करना, उसको प्रिजर्व करना, ताकि अगर ये लिंगर ऑन होता है, ये डिले होता है, तो जो अगला तफ्तीशी अफसर आता है उसके लिए आसानी पैदा हो जाए। ये कितना ज़रूरी होता है किसी क्राइम सीन को एज़ इट इज़ प्रिजर्व करना कि अगर 2, 4, 10 साल बाद भी ये गड़ा मुर्दा दोबारा से ज़िंदा हो तो फिर अगले आने वाले अफसर के लिए इसमें सहूलत पैदा हो जाए। कोई भी केस अगर होता है 302 का, मर्डर का हो जाए या वैसे भी कोई भी केस हो जाए, तो उसमें सबसे जो क्राइम सीन है ना वो सबसे इंपॉर्टेंट चीज़ है। जो अगर आप क्राइम सीन पे जाते हैं एज ए तफ्तीशी, आपका सबसे पहला काम उस क्राइम सीन को कवर अप करना, और क्राइम सीन खुद बोलता है, और क्राइम सीन तकरीबन आपको जो है ना 80% केस वो क्राइम सीन ही आपको बता देता है। अगर आप एक अच्छे तफ्तीशी या आपको पता है काम का, तो आप क्राइम सीन से ही अपना 80% केस कवर अप कर सकते हैं। और अगर खुदा न खास्ता जैसे हमारे यहाँ रिवाज है, लोग हमदर्दी का फैक्टर में इकट्ठे हो जाते हैं, एक मॉब की सूरत बन जाती है। अब समझते हैं कि लोगों के इस तरह हाथ लगाने से, चीज़ों को छेड़ने से, इवन डेड बॉडी को जो है वो उलट पलट करने से जो है वो हक़ाइक़ जो है वो मुतासर हो सकते हैं और क्राइम सीन जिसे हम कहते हैं डिस्टर्ब हो सकता है। नहीं, बिल्कुल वो हो सकता है। इसमें जब भी हमारा कोई ऐसा इंसिडेंट होता है, राब्ता होता है, तो हम उस मुद्दई को कहते हैं भी इस डेड बॉडी के हमारे पहुँचने तक किसी को भी करीब नहीं आने दिया जाए, ना ये मौका ख़राब किया जाए। अच्छा, ये बाबर भाई बताइएगा कि आजकल एक ट्रेंड चल पड़ा है लोगों में कि मैंने अगर किसी के पैसे देने हैं तो मैं पुलिस को मिसलीड करने के लिए 15 पे कॉल चला दूं, फेक कॉल, कि जनाब मेरे साथ डकैती हो गई है, राज़नी हो गई है, मुझे कोई बंदे जो हैं वो लूट के चले गए हैं, ताकि मेरी एक रजिस्टर्ड FIR भी दर्ज हो जाए जिसके मैंने पैसे देने हैं, मैं उसके सामने भी सच्चा हो जाऊँ, भाई मैं तेरे अल्लाह आ रहा सी तो वो मेरे को राह चो किसी ने पैसे खोले ने। ऐसे लोगों के मुतल्लिक क्या कहेंगे? और हमने देखा है पुलिस, फैसलाबाद पुलिस बहुत ताबड़तोड़ कार्रवाइयाँ करती हैं, FIRs का इंदराज भी हो रहा है फेक कॉल पे, फिर भी ये कम होने का नाम नहीं ले रही। क्या वजह है? उसकी रोकथाम कैसे मुमकिन है? नहीं, उसमें अब तो मोस्टली अगर कोई वारदात वगैरह की कॉल होती है, अल्हम्दुलिल्लाह सेफ सिटी फैसलाबाद में सिटी में तकरीबन मोस्टली इंस्टॉल हो चुके हैं, तो उससे भी काफ़ी हेल्प आउट हो जाती है। तो उसमें अगर कोई वारदात होती है तो सेफ सिटी कैमरा उसमें बहुत जो है ना अहमियत के हामिल होते हैं, तो उससे हमें काफ़ी हेल्प आउट हो जाती है। अगर कोई बोगस कॉल पे जैसे करता है तो उसकी बॉडी लैंग्वेज ही बता देती है भी ये बंदा किस हद तक सच बोल रहा है और किस हद तक झूठ है। उसकी सेफ सिटी कैमरा और उसकी बॉडी लैंग्वेज, ये 2 चीज़ें बहुत मैटर करती है। बाबर भाई, एक सवाल जो काफ़ी देर से जहन में कुल बुला रहा है, हम जब भी कोई पुलिस मुकाबला होता है, जब कोई इस तरह का होता है कि डाकू हलाक होते हैं, मारे जाते हैं या अपने साथियों की फायरिंग से जो है वो अंजाम को पहुंचते हैं, हमें बाद में पता चलता है कि ये 42, 38, 50 दर्जनों मुकदमात में जो है वो मतलूब था या ऑलरेडी रिकॉर्ड याफ्ता है, ये जेल में भी रह के आया है। ऐसा क्या होता है
کہ یہ ملزمان پے در پہ درجنوں وارداتیں بھی کر دیتے ہیں اور اس کے باوجود ہمارے درمیان میں ہمارے جیسے بن کے رہ رہے ہوتے ہیں، کہاں پہ کمی رہ جاتی ہے؟ سر اس میں کافی چیزیں آ جاتی ہے. اس میں سب سے پہلی چیز تو یہ آ جاتی ہے بھی اگر ایز اے مدعی میں کوئی مقدمہ درج کرواتا ہوں یا آپ کوئی مقدمہ درج کرواتے ہیں تو اس میں نا ہم ایک حد تک پیروی کرتے ہیں. اس کے بعد ہم پریشرائز ہو جاتے ہیں یا ویسے ہی ہم اس میں صلح کر جاتے ہیں، جس وجہ سے وہ بندہ ایزیلی باہر آ جاتا ہے. اور سیکنڈلی چیز اگر آپ آبزرو کریں ہمارے علاقوں میں، سوسائٹیز میں، ہم اپنے اطراف میں جو لوگ رہتے ہیں ہم کو ان کا نہیں پتہ. ہم اپنی زندگی میں اتنے مگن ہو چکے یا پھر ہم بتانا نہیں چاہتے. اگر یہ چیز کور اپ کرے نا، اگر ہم ایز اے شہری اگر یہ چیزیں اگر ہم پولیس کو نشاندہی کریں تو ہمارا جو ہے ویسے ہی آٹومیٹک مزید گراف نیچے آ جائے گا. اور آپ سمجھتے ہیں کہ لوگوں کو جو ہے وہ کوآپریٹ کرنا چاہیے؟ کیا پیغام دیں گے عوام کو، ہمارے ناظرین کو، مدینہ ٹاؤن کے علاقے میں جو شہری بستے ہیں ان کو، کہ وہ کیسے پولیس کے ساتھ کوآپریٹ کریں؟ کیا ایسا کریں کہ پولیس اور عوام مل کے ایک یونٹ ہو کر جو ہے وہ جرائم پر قابو پائیں؟ الحمدللہ مدینہ ٹاؤن کی جو پولیس ہے سی پی او صاحب کے ویژن کے مطابق چل رہی ہے، اور اس میں شہریوں سے ہمیں یہی ہے بھی صرف ہمارے ساتھ کوآپریٹ کیا جائے. کوئی بھی اگر آپ کے اطراف میں کوئی بھی ایسا جرم ہوتا ہے اس کی آپ نشاندہی کریں، آپ کا نام بھی سیکھا راز میں رکھا جائے گا اور انشاءاللہ تعالیٰ اس جرم کو جڑ سے ختم کیا جائے گا. ایک تسلی ہمارے ناظرین کو دے دیں. میری کچھ دوستوں سے بات ہو رہی تھی اور وہ ایک پنجاب پولیس کی ایک سیف سٹی کی کمپین ہے کہ آپ اگر چاہیں تو اپنے جو پرسنل کیمراز ہیں ان کو آپ لنک کر سکتے ہیں اور لوگوں میں تحفظات پائے جاتے ہیں اس کو لے کر کے جی وہ کہیں کام خراب نہ ہو جائے. اب سمجھتے ہیں کہ ایک اچھا شہری جو ہے اس کو اپنے دکان کے، گھر کے، ہاسپٹل کے، کسی بھی بلڈنگ کے کیمراز جو ہیں وہ سیف سٹی کے ساتھ لنک اپ کر لینا چاہیے. بھائی بالکل کرنے چاہیے. اگر آپ کے دل میں کوئی خلش نہیں ہے، کوئی چور نہیں ہے، اگر آپ کسی غلط ایکٹیویٹی میں آپ نہیں سمجھتے بھی ہم ہیں یا پھر کل کو آپ کی اپنی سیفٹی بھی ہے اس میں، تو وہ آپ کو لنک اپ کرنے چاہیے. اس سے بہت زیادہ فائدہ ہو جائے گا کیونکہ اب سیف سٹی کے جو کیمرے وہ تو سٹیز میں تو ہے لیکن کئی سوسائٹیز، محلے، کالونیز ان میں نہیں ہے اڑوج، تو ان میں یہی ہے کہ وہ لنک اپ ہو جائے تو اس میں وہ کافی حد تک وہ فائدہ ہوگا. بابر بھائی آپ کا بہت شکریہ. ناظرین کرام، سب انسپیکٹر بابر نیازی انچارج انویسٹیگیشن تھانہ مدینہ ٹاؤن ہمارے ساتھ موجود تھے اور تفصیلاً انہوں نے بتایا کہ کیسے فیصل آباد کے تھانہ مدینہ ٹاؤن کی حدود میں 2 سال قبل باپ بیٹا جو بائک پہ ایک جنازے کی ادائیگی کے بعد واپس آ رہے تھے، راستے میں ڈاکو انہوں نے روکا اور لوٹ پاٹ کرتے ہوئے مزاحمت پہ گولی چلا دی، جس سے باپ جو ہے وہ موقع پر جاں بحق ہو گیا. پولیس نے اس کیس کو ٹیک اپ کیا، شاید کچھ عرصہ ڈیلے ہوا لیکن 2 سال بعد انچارج انویسٹیگیشن اور ایس ایچ او اور ان کی ٹیم نے جو ہے وہ دوبارہ سے ان فائلز کو دیکھا جو ابھی تک پینڈنگ چلتی آ رہی تھی. کیونکہ آئی جی پنجاب، سی ایم پنجاب صاحبہ کا یہ ویژن ہے کہ جو ہینیس کرائمز ہیں اس پہ ٹالرنس کا لیول جو ہے وہ بالکل زیرو ہے، زیرو ٹالرنس پالیسی چل رہی ہے. اسی پالیسی کے تحت انہوں نے تمام فائلز کو نکالا اور دیکھا کہ جو پینڈنگ مقدمات تھے اور ہینیس کرائمز تھے ان کو انلسٹ کیا، کام شروع کیا گیا، تمام جو دستیاب وسائل ہیں ان کو بروئے کار لایا گیا. ناظرین اکرام، یہاں پہ ٹیم مجرم کون ایک بات آپ کو دوبارہ باور کروا دے کہ ہماری پولیس، پنجاب پولیس اور خاص طور پہ فیصل آباد پولیس کے پاس وسائل تقریباً نہ ہونے کے برابر ہیں اور مسائل کا ایک کو حمالیہ ہے. اپنے محدود وسائل کے اندر رہتے ہوئے جس طرح کا کام ہماری پولیس کر رہی ہے وہ بلا شبہ مثال. ناظرین، آج کے پروگرام میں ہم نے آپ کو دکھایا کہ کس طرح فیصل آباد میں تھانہ مدینہ ٹاؤن پولیس نے پیشہ ورانہ مہارت کو بروئے کار لاتے ہوئے 2 برس ہونے والے ایک بلائنڈ مرڈر کو نہ صرف ٹریس آؤٹ کیا بلکہ ملزمان کو گرفتار بھی کر لیا. شعیب الطاف کو ٹیم مجرم کون کے ساتھ دیجیے اجازت. اللہ حافظ.